ਸਟੂਡੈਂਟਸ ਗੁੱਡ ਆਫਟਰਨੂਨ। ਮੈਂ ਤੁਹਾਨੂੰ ਟੈਸਟ ਸਮਝਾ ਦਿੰਦੀ ਹਾਂ। ਮੈਂ ਤੁਹਾਨੂੰ ਇਸ ਦੇ ਆਨਸਰ ਨਹੀਂ ਦੱਸੂੰਗੀ। ਸਮਝਾ ਇਸ ਲਈ ਰਹੀ ਹਾਂ ਕਿ ਤੁਹਾਨੂੰ ਸਮਝ ਆ ਜਾਏ ਕਿ ਕੀ ਕਰਨਾ ਹੈ। ਸੋ ਸਭ ਤੋਂ ਪਹਿਲਾਂ ਤੁਹਾਡੇ ਕੋਲ ਪੈਰਾਗ੍ਰਾਫ ਹੈ ਬੇਟਾ। ਇਸ ਪੈਰਾਗ੍ਰਾਫ ਤੋਂ ਬਾਅਦ ਤੁਹਾਨੂੰ ਕੁਝ ਕੁਐਸਚਨਸ ਮਿਲੇ ਨੇ ਅਤੇ ਤੁਸੀਂ ਇਸ ਪੈਰਾਗ੍ਰਾਫ ਨੂੰ ਸਮਝ ਲਓ, ਕੁਐਸਚਨਸ ਦੇ ਆਨਸਰ ਦੇ ਦਿਓ। ਬਹੁਤ ਹੀ ਆਸਾਨ ਪੈਰਾਗ੍ਰਾਫ ਹੈ। ਹੋਲੀ ਸੈਲੀਬ੍ਰੇਸ਼ਨਸ ਨੇ ਜਿਹੜੀਆਂ, ਹੋਲੀ ਤੋਂ ਇੱਕ ਰਾਤ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ। ਹੋਲਿਕਾ ਦਹਨ ਕੀਤਾ ਜਾਂਦਾ ਹੈ। ਹੋਲਿਕਾ ਦਹਨ ਜਿਹੜਾ ਕੀਤਾ ਜਾਂਦਾ ਹੈ ਉਸ ਦੇ ਵਿੱਚ ਧਾਰਮਿਕ ਰੀਤੀ ਰਿਵਾਜ਼ ਕੀਤੇ ਜਾਂਦੇ ਹਨ। ਬੋਨਫਾਇਰ ਮਤਲਬ ਇਕੱਠੇ ਕਰਕੇ ਲੱਕੜਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਅਤੇ ਲੋਕ ਆਲੇ ਦੁਆਲੇ ਇਸ ਨੂੰ ਮਨਾਉਂਦੇ ਹਨ। ਤੁਸੀਂ ਦੇਖਿਆ ਕਿ ਆਮ ਤੌਰ 'ਤੇ ਹੋਲਿਕਾ ਹੈ ਜਿਹੜੀ, ਉਸ ਦੀ ਚਿਤਾ ਜਲਾਈ ਜਾਂਦੀ ਹੈ। ਹੋਲਿਕਾ ਕੌਣ ਸੀ? ਹਰਨਾਕਸ਼ ਦੀ ਸਿਸਟਰ ਸੀ। ਉਹ ਬੁਰਾਈ ਦਾ ਪ੍ਰਤੀਕ ਹੈ, ਸਾਡੇ ਅੰਦਰਲੀ ਬੁਰਾਈ ਦਾ ਪ੍ਰਤੀਕ ਹੈ। ਇੰਟਰਨਲ ਈਵਲ ਹੈ ਜਿਹੜੀ ਸਾਡੇ ਅੰਦਰ। ਸੋ ਤੁਸੀਂ ਦੇਖਿਆ ਹੋਣਾ ਕਿ ਆਪਾਂ ਹੋਲੀ 'ਤੇ ਅਕਸਰ ਹੀ ਉਸ ਨੂੰ ਜਲਾਉਂਦੇ ਹੋਏ ਨਾਲ ਇਹ ਕਾਮਨਾ ਵੀ ਕਰਦੇ ਹਾਂ ਕਿ ਇਹ ਪਰਮਾਤਮਾ ਸਾਡੇ ਅੰਦਰਲੀਆਂ ਬੁਰਾਈਆਂ ਨੂੰ ਵੀ ਇਸੇ ਤਰ੍ਹਾਂ ਜਲਾ ਦਿੱਤਾ ਜਾਵੇ। ਔਰ ਫਿਰ ਉਸ ਤੋਂ ਬਾਅਦ ਸਾਰੇ ਲੋਕ ਨੇ ਜਿਹੜੇ ਰੰਗਾਂ ਵਾਲੀ ਹੋਲੀ ਖੇਡਦੇ ਆ, ਇੱਕ ਦੂਸਰੇ ਉੱਤੇ ਰੰਗ ਗੁਲਾਲ ਫੇਂਕੇ ਜਾਂਦੇ ਆ, ਹੱਸਦੇ ਖੇਡਦੇ ਆ। ਲੋਕ ਗਲੀਆਂ ਦੇ ਵਿੱਚ ਨੱਚਦੇ ਟੱਪਦੇ ਆ। ਤੁਹਾਨੂੰ ਸਭ ਨੂੰ ਪਤਾ ਹੈ, ਓਪਨ ਪਾਰਕਸ ਦੇ ਵਿੱਚ, ਮੰਦਿਰਾਂ ਦੇ ਬਾਹਰ, ਬਿਲਡਿੰਗਸ ਦੇ ਵਿੱਚ, ਗਲੀਆਂ ਦੇ ਵਿੱਚ ਤੁਸੀਂ ਆਮ ਹੀ ਹੋਲੀ ਖੇਡਦੇ ਲੋਕਾਂ ਨੂੰ ਦੇਖਦੇ ਹੋ। ਤੁਸੀਂ ਦੇਖਦੇ ਹੋ ਕਿ ਗਰੁੱਪਸ ਦੇ ਵਿੱਚ ਡਰਮਜ਼ ਲੈ ਕੇ, ਜਾਂ ਆਪਾਂ ਕਹਿ ਦਈਏ ਕਿ ਢੋਲ ਲੈ ਕੇ ਲੋਕ ਘੁੰਮਦੇ ਫਿਰਦੇ ਨੇ, ਝੁੰਡ ਬਣਾ ਕੇ ਇੱਕ ਦੂਸਰੇ ਦੇ ਘਰ ਆਉਂਦੇ ਜਾਂਦੇ, ਇੱਕ ਦੂਸਰੇ ਨੂੰ ਰੰਗਦੇ ਨੇ, ਜਗ੍ਹਾ ਜਗ੍ਹਾ ਤੱਕ ਜਾਂਦੇ ਨੇ, ਗਾਉਂਦੇ ਨੇ, ਨੱਚਦੇ ਨੇ। ਸੋ ਆਪਣੇ ਫੈਮਿਲੀ ਫਰੈਂਡਸ, ਫੋਜ਼ ਹੁੰਦੇ ਆ ਦੁਸ਼ਮਣਾਂ ਨੂੰ ਵੀ ਮਿਲਦੇ ਨੇ ਔਰ ਉਹ ਆਪਣਾ ਜਿਹੜਾ ਹੈ ਉਹ ਰੰਗ ਇੱਕ ਦੂਸਰੇ 'ਤੇ ਪਾਉਂਦੇ ਆ। ਗੁਲਾਲ, ਕਲਰਡ ਪਾਊਡਰ ਮਤਲਬ ਗੁਲਾਲ, ਜੋ ਵੀ ਰੰਗ ਅਸੀਂ ਖੇਡਦੇ ਹਾਂ ਹੋਲੀ ਦੇ ਵਿੱਚ। ਸੋ ਇਸ ਤਰ੍ਹਾਂ ਹੋਲੀ ਨਾਲ ਸੰਬੰਧਿਤ ਡੈਲੀਕੇਸੀਜ਼ ਹੁੰਦੇ ਆ, ਖਾਣ ਪੀਣ ਨਾਲ ਸੰਬੰਧਿਤ ਚੀਜ਼ਾਂ, ਉਹ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਬਹੁਤ ਕੁਛ ਸਪੈਸ਼ਲ ਚੀਜ਼ਾਂ ਬਣਦੀਆਂ ਹੋਲੀ ਵਾਲੇ ਦਿਨ। ਸੋ ਇੱਕ ਦੂਸਰੇ ਨੂੰ ਵੰਡਦੇ ਨੇ, ਖਵਾਉਂਦੇ ਨੇ, ਪਿਆਉਂਦੇ ਨੇ, ਖਾਣਾ ਪੀਣਾ ਚੱਲਦਾ ਹੈ। ਅਤੇ ਕਈ ਲੋਕ ਇਸ ਦਿਨ ਭੰਗ ਵੀ ਪੀਂਦੇ ਆ। ਭੰਗ ਜਿਹੜੀ ਹੁੰਦੀ ਹੈ ਇੰਟੋਕਸੀਕੇਟਿੰਗ ਹੁੰਦੀ ਹੈ, ਮਤਲਬ ਇਸ ਦਾ ਨਸ਼ਾ ਹੋ ਜਾਂਦਾ ਹੈ। ਸੋ ਉਸ ਤੋਂ ਬਾਅਦ ਬੰਦਾ ਜਿਹੜਾ ਹੈ ਉਹ ਨਸ਼ੇ ਦੀ ਹਾਲਤ ਵਿੱਚ ਹੁੰਦਾ। ਸੋ ਇਹਨੂੰ ਵੀ ਕਈ ਜਗ੍ਹਾ 'ਤੇ ਪੀ ਲਿਆ ਜਾਂਦਾ। ਸੋ ਸ਼ਾਮ ਨੂੰ ਜਿਹੜੇ ਲੋਕ ਨੇ ਉਹ ਵਧੀਆ ਵਧੀਆ ਕੱਪੜੇ ਪਹਿਨ ਕੇ, ਨਹਾ ਧੋ ਕੇ, ਫਿਰ ਆਪਣੇ ਪਰਿਵਾਰ ਅਤੇ ਸਾਰੇ ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਮਿਲਦੇ ਨੇ। ਸੋ ਫਸਟ ਕੁਐਸਚਨ, ਆਈ ਵਿਲ ਨੋਟ ਟੈਲ ਯੂ ਦਾ ਆਨਸਰ। ਫਸਟ ਕੁਐਸਚਨ ਪੁੱਛਿਆ ਜਾ ਰਿਹਾ, ਵਾਈ ਇਜ਼ ਹੋਲਿਕਾ ਦਹਨ ਪਰਫੋਰਮਡ? ਹੋਲਿਕਾ ਦਹਨ ਕਿਉਂ ਕੀਤਾ ਜਾਂਦਾ ਹੈ? ਬਿਕੋਜ਼ ਇਟ ਇਜ਼ ਕੁਆਇਟ ਕੋਲਡ ਐਂਡ ਐਵਰੀ ਵਨ ਲਵਸ ਬੋਨਫਾਇਰ। ਕਿਉਂਕਿ ਠੰਡ ਹੋ ਜਾਂਦੀ ਹੈ ਅਤੇ ਸਭ ਨੂੰ ਅੱਗ ਵਧੀਆ ਲੱਗਦੀ ਹੈ। ਅਜਿਹੀ ਕੋਈ ਗੱਲ ਪੈਰਿਸ ਹੋਈ ਹੈ ਤਾਂ ਦੇਖੋ। ਨੈਕਸਟ, ਬਿਕੋਜ਼ ਇਟ ਸਿੰਬੋਲਾਈਜ਼ਿਜ਼ ਦ ਐਂਡ ਆਫ ਆਵਰ ਫੋਜ਼। ਕਿਉਂਕਿ ਇਸ ਦੇ ਨਾਲ ਸਾਡੇ ਦੁਸ਼ਮਣ ਖਤਮ ਹੋ ਜਾਂਦੇ ਨੇ। ਤੀਸਰਾ, ਬਿਕੋਜ਼ ਇਟ ਸਿੰਬੋਲਾਈਜ਼ਿਜ਼ ਦ ਡਿਸਟਰਕਸ਼ਨ ਆਫ ਆਵਰ ਇੰਟਰਨਲ ਈਵਲ। ਕਿਉਂਕਿ ਇਹ ਸਾਡੇ ਅੰਦਰਲੀ ਬੁਰਾਈ ਦਾ ਪ੍ਰਤੀਕ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਅੰਦਰਲੀ ਬੁਰਾਈ ਵੀ ਐਂ ਜਲ ਜੇ। ਲਾਸਟ ਹੈ, ਬਿਕੋਜ਼ ਹੋਲਿਕਾ ਵਾਜ਼ ਡਿਸਲਾਈਕਡ ਬਾਏ ਆਲ। ਕਿਉਂਕਿ ਸਾਰੇ ਹੋਲਿਕਾ ਨੂੰ ਨਾਪਸੰਦ ਕਰਦੇ ਆ। ਕੁਐਸਚਨ ਨੰਬਰ 2, ਵਿਚ ਵਰਡ ਇਨ ਦ ਅਬਵ ਗਿਵਨ ਪੈਸੇਜ ਮੀਨਸ ਟ੍ਰੈਡੀਸ਼ਨਲ? ਕਿਹੜਾ ਸ਼ਬਦ ਹੈ ਜਿਹੜਾ ਉਹ ਟ੍ਰੈਡੀਸ਼ਨਲ ਦਾ ਸਿਨੋਨਿਮ ਹੈ? ਤਾਂ ਬੇਟੇ ਤੁਸੀਂ ਦੇਖਣਾ ਕਿਹੜਾ ਇਹਨਾਂ 'ਚੋਂ ਸ਼ਬਦ ਹੈ। ਕਸਟਮਰੀ, ਫਰੋਲਿਕ, ਸੈਲੀਬ੍ਰੇਸ਼ਨਸ, ਨਨ ਆਫ ਦ ਅਬਵ। ਕਿਹੜੀ ਚੀਜ਼ ਹੈ ਜਿਹੜੀ ਉਹ ਟ੍ਰੈਡੀਸ਼ਨਲ ਦਾ ਮਤਲਬ ਪਰੰਪਰਾਗਤ। ਨੰਬਰ 3, ਡਿਸਕਰਾਈਬ ਦ ਟਾਈਪ ਆਫ ਐਡਜੈਕਟਿਵਸ ਆਫ ਦ ਵਰਡ ਕਲਰਡ ਇਨ ਦ ਪੈਸੇਜ। ਹੁਣ ਤੁਸੀਂ ਇਹ ਦੱਸਣਾ ਹੈ ਕਿ ਕਲਰਡ ਜਿਹੜਾ ਸ਼ਬਦ ਹੈ ਉਹ ਇਸ ਪੈਰੇ ਦੇ ਵਿੱਚ ਵਰਤਿਆ ਗਿਆ, ਉਹ ਐਡਜੈਕਟਿਵ ਵਿਸ਼ੇਸ਼ਣ ਦੇ ਤੌਰ 'ਤੇ ਵਰਤਿਆ ਗਿਆ। ਤੁਸੀਂ ਐਡਜੈਕਟਿਵ ਦੀ ਕਿਸਮ ਦੱਸਣੀ ਹੈ। ਉਹ ਐਡਜੈਕਟਿਵ ਆਫ ਕੁਆਲਿਟੀ ਹੈ, ਕਿਸੇ ਚੀਜ਼ ਦੀ ਕੁਆਲਿਟੀ ਦੱਸ ਰਿਹਾ, ਕਿ ਐਡਜੈਕਟਿਵ ਆਫ ਕੁਆਂਟਿਟੀ ਹੈ, ਉਹਦੀ ਮਾਤਰਾ ਦੱਸ ਰਿਹਾ, ਕਿ ਨਿਊਮਰਲ ਐਡਜੈਕਟਿਵ ਹੈ, ਉਹਦੀ ਸੰਖਿਆ ਦੱਸ ਰਿਹਾ, ਕਿ ਡਿਮੋਨਸਟ੍ਰੇਟਿਵ ਐਡਜੈਕਟਿਵ ਹੈ, ਉਹਦੇ ਵੱਲ ਕੋਈ ਇਸ਼ਾਰਾ ਕਰ ਰਿਹਾ। ਹੁਣ ਤੁਸੀਂ ਦੇਖੋ ਇਹ ਕਿਹੜਾ ਹੈ। ਨੰਬਰ 4, ਵੇਅਰ ਡੂ ਪੀਪਲ ਪਲੇ ਹੋਲੀ? ਲੋਕ ਹੋਲੀ ਕਿੱਥੇ ਕਿੱਥੇ ਖੇਡਦੇ ਆ? ਪਾਰਕਸ 'ਚ ਖੇਡਦੇ ਆ, ਮੰਦਿਰਾਂ ਦੇ ਬਾਹਰ, ਬਿਲਡਿੰਗਾਂ 'ਚ, ਗਲੀਆਂ 'ਚ, ਦੇਖੋ ਕਿ ਸਾਰੀ ਜਗ੍ਹਾ ਹੀ ਖੇਡਦੇ ਆ। ਨੈਕਸਟ, ਕਿਹੜੇ ਡਰਿੰਕ ਨੂੰ ਪੀਣ ਦੀ ਗੱਲ ਹੋਈ ਹੈ? ਲੋਕ ਭੰਗ ਪੀਂਦੇ ਆ ਕਿ ਸਕਿਮਡ ਮਿਲਕ, ਦੁੱਧ ਸਪੈਸ਼ਲ ਬਣਾਇਆ ਹੋਇਆ ਉਹ ਪੀਂਦੇ ਆ, ਜਾਂ ਲੈਮਨ ਵਾਟਰ, ਨਿੰਬੂ ਪਾਣੀ ਪੀਂਦੇ ਆ, ਕਿ ਚਾਹ ਪੀਂਦੇ ਆ?
ਨੈਕਸਟ ਆਪਣੇ ਆ ਗਏ ਚੈਪਟਰਸ, ਬਹੁਤ ਈਜ਼ੀ ਕੁਐਸਚਨਸ ਨੇ। ਵਾਈ ਵਾਜ਼ ਹਿਊਈ ਸਕੋਲਡਡ ਬਾਏ ਲੌਰਾ, ਹਿਊਈ ਨੂੰ ਲੌਰਾ ਕਿਉਂ ਝਿੜਕਦੀ ਹੈ? ਇਹ ਹੁਣ ਤੁਸੀਂ ਯਾਦ ਕਰੋ, ਸਮਰੀ ਦੇ ਵਿੱਚ ਮੈਂ ਤੁਹਾਨੂੰ ਸਪੈਸ਼ਲ ਐਕਸਪਲੇਨ ਕੀਤਾ ਸੀ ਕਿ ਇਹ ਮਿੱਠੀਆਂ ਝਿੜਕਾਂ ਕਿਹਾ ਗਿਆ ਇਹਨੂੰ। ਬਿਕੋਜ਼ ਹੀ ਵਾਜ਼ ਵੈਰੀ ਕੇਅਰਲੈਸ ਵਿਦ ਹਿਜ਼ ਮਨੀ, ਕਿਉਂਕਿ ਉਹ ਆਪਣੇ ਪੈਸੇ ਦੇ ਪ੍ਰਤੀ ਬਹੁਤ ਲਾਪਰਵਾਹ ਹੁੰਦਾ ਹੈ। ਬਿਕੋਜ਼ ਹੀ ਹੈਡ ਅ ਵੇਵਰਿੰਗ ਮਾਈਂਡ, ਕਿਉਂਕਿ ਉਸਦਾ ਦਿਮਾਗ ਇੱਕ ਜਗ੍ਹਾ ਟਿਕਦਾ ਨਹੀਂ। ਬਿਕੋਜ਼ ਹੀ ਆਲਵੇਜ਼ ਐਕਟਿਡ ਸਮਾਰਟਲੀ, ਕਿਉਂਕਿ ਹਮੇਸ਼ਾ ਸਮਾਰਟਲੀ ਕੰਮ ਕਰਦਾ ਹੈ। ਬਿਕੋਜ਼ ਹੀ ਹੈਡ ਅ ਚਾਰਮਿੰਗ ਪਰਸਨੈਲਿਟੀ, ਕਿਉਂਕਿ ਉਸਦਾ ਬੜਾ ਖੁਸ਼ਨੁਮਾ ਸੁਭਾਅ ਹੈ। ਇਹਨਾਂ ਚਾਰਾਂ 'ਚੋਂ ਸਹੀ ਆਪਸ਼ਨ ਲੱਭੋ। ਨੰਬਰ 7, ਹੂ ਵਾਜ਼ ਐਲਨ ਟਰੈਵਰ, ਐਲਨ ਟਰੈਵਰ ਕੌਣ ਸੀ ਜੀ? ਹੀ ਵਾਜ਼ ਅ ਫੇਮਸ ਮਜੀਸ਼ੀਅਨ, ਕੀ ਇਸ ਪਾਠ ਦੇ ਵਿੱਚ ਜਾਦੂ ਦੀ ਕੋਈ ਗੱਲ ਹੋਈ ਹੈ? ਨੰਬਰ 2, ਹੀ ਵਾਜ਼ ਅ ਫੇਮਸ ਪੇਂਟਰ, ਉਹ ਇੱਕ ਮਸ਼ਹੂਰ ਪੇਂਟਰ ਸੀ। ਹੀ ਵਾਜ਼ ਅ ਸਿੰਗਰ, ਗੀਤ ਗਾਉਂਦਾ ਸੀ। ਹੀ ਵਾਜ਼ ਐਨ ਐਕਟਰ, ਕਿ ਉਹ ਇੱਕ ਐਕਟਰ ਸੀ। ਇਹ ਤੁਸੀਂ ਦੇਖੋ। ਹੂਜ਼ ਡਾਟਰ ਵਾਜ਼ ਲੌਰਾ ਮਰਟਨ, ਲੌਰਾ ਮਰਟਨ ਕਿਸ ਦੀ ਬੇਟੀ ਸੀ? ਡਾਟਰ ਆਫ ਰਿਟਾਇਰਡ ਲੈਫਟੀਨੈਂਟ ਦੀ ਕੋਈ ਗੱਲ ਹੋਈ ਹੈ ਪੂਰੇ ਚੈਪਟਰ 'ਚ? ਨੰਬਰ 2, ਡਾਟਰ ਆਫ ਰਿਟਾਇਰਡ ਕਰਨਲ। ਨੰਬਰ 3, ਡਾਟਰ ਆਫ ਐਲਨ ਟਰੈਵਰ, ਐਲਨ ਟਰੈਵਰ ਦੀ ਬੇਟੀ ਸੀਗੀ। ਐਲਨ ਟਰੈਵਰ ਕੌਣ ਸੀ? ਹਿਊਈ ਦਾ ਦੋਸਤ। ਨੈਕਸਟ, ਡਾਟਰ ਆਫ ਬੈਰਨ ਹੌਸਬਰਗ, ਬੈਰਨ ਹੌਸਬਰਗ ਦੀ ਬੇਟੀ। ਨੰਬਰ 9, ਹੂ ਵਾਜ਼ ਬੈਰਨ ਹੌਸਬਰਗ, ਬੈਰਨ ਹੌਸਬਰਗ ਕੌਣ ਸੀ ਜੀ? ਅਗਰ ਤੁਸੀਂ ਸਮਰੀ ਸੁਣੀ ਹੋਊਗੀ ਤਾਂ ਤੁਹਾਨੂੰ ਕੋਈ ਦਿੱਕਤ ਹੀ ਨਹੀਂ ਆ ਸਕਦੀ ਇਸ ਕੁਐਸਚਨ 'ਚ, ਔਰ ਮੋਸਟ ਇੰਪੋਰਟੈਂਟ ਕੁਐਸਚਨ ਹੈ। ਅ ਰਾਈਟਰ, ਲੇਖਕ ਸੀ। ਅ ਮਿਲੀਨੀਅਰ, ਕਰੋੜਪਤੀ ਸੀ। ਅ ਪੋਇਟ, ਕਵੀ ਸੀ। ਅ ਬੈਗਰ, ਭਿਖਾਰੀ ਸੀ। ਨੰਬਰ 10, ਵਾਈ ਡਿਡ ਬੈਰਨ ਹੌਸਬਰਗ ਸੈਂਡ ਅ £10,000 ਚੈੱਕ ਟੂ ਹਿਊਈ, ਹਿਊਈ ਨੂੰ ਬੈਰਨ ਹੌਸਬਰਗ ਨੇ 10,000 ਪਾਉਂਡ ਦਾ ਚੈੱਕ ਕਿਉਂ ਭੇਜਿਆ? ਫਸਟ, ਐਜ਼ ਅ ਵੈਡਿੰਗ ਪ੍ਰੈਜ਼ੈਂਟ, ਉਹਨਾਂ ਦੇ ਵਿਆਹ ਦੇ ਤੋਹਫੇ ਵਜੋਂ। ਜੇ ਤੁਹਾਨੂੰ ਹੁਣ ਕਿਸੇ ਨੂੰ ਯਾਦ ਹੋਵੇ ਕਿ ਲਾਸਟ ਸੀਨ ਦੇ ਵਿੱਚ ਹਿਊਈ ਨੂੰ ਇੱਕ ਚਿੱਠੀ ਮਿਲਦੀ ਹੈ, ਉਹਦੇ ਬਾਹਰ ਉੱਪਰ ਕੀ ਲਿਖਿਆ ਹੁੰਦਾ ਹੈ ਲਿਫਾਫੇ ਦੇ ਉੱਪਰ, ਉਹ ਯਾਦ ਕਰੋ। ਨੰਬਰ 2, ਐਜ਼ ਡੋਨੇਸ਼ਨ, ਉਹਨੇ ਉਹਨੂੰ ਚੰਦਾ ਦਿੱਤਾ ਸੀ। ਐਜ਼ ਅ ਰਿਵਾਰਡ, ਉਹਨੂੰ ਇਨਾਮ ਦਿੱਤਾ ਸੀ। ਜਾਂ ਐਜ਼ ਅ ਬਰਥਡੇ ਪ੍ਰੈਜ਼ੈਂਟ, ਉਹਨੂੰ ਉਹਦੇ ਜਨਮ ਦਿਨ ਦਾ ਤੋਹਫਾ ਦਿੱਤਾ ਸੀ। ਉਹਨੂੰ ਯਾਦ ਕਰੋ ਕਹਾਣੀ 'ਚ ਕੀ ਸੀ। ਨੈਕਸਟ, ਹੂਜ਼ ਪਿਕਚਰ ਵਾਜ਼ ਟਰੈਵਰਸ ਪੇਂਟਿੰਗ, ਟਰੈਵਰ ਕਿਸ ਦੀ ਤਸਵੀਰ ਬਣਾ ਰਿਹਾ ਸੀ? ਅ ਸੁਪਰ ਮਾਡਲਸ ਪਿਕਚਰ, ਉਹ ਇੱਕ ਸੁਪਰ ਮਾਡਲ ਦੀ ਤਸਵੀਰ ਬਣਾ ਰਿਹਾ ਸੀ। ਅ ਫੇਮਸ ਸਿੰਗਰਸ ਪਿਕਚਰ, ਉਹ ਇੱਕ ਮਸ਼ਹੂਰ ਸਿੰਗਰ ਦੀ ਤਸਵੀਰ ਬਣਾ ਰਿਹਾ ਸੀ। ਐਨ ਓਲਡ ਬੈਗਰਸ ਪਿਕਚਰ, ਭਿਖਾਰੀ ਦੀ ਤਸਵੀਰ ਬਣਾ ਰਿਹਾ ਸੀ। ਜਾਂ ਯੰਗ ਮੈਨਸ ਪਿਕਚਰ, ਨੌਜਵਾਨ ਦੀ ਤਸਵੀਰ ਬਣਾ ਰਿਹਾ ਸੀ। ਵਾਟ ਡਿਡ ਹਿਊਈ ਗਿਵ ਟੂ ਦ ਬੈਗਰ, ਗਰੀਬ ਨੂੰ ਜੋ ਭਿਖਾਰੀ ਨੂੰ ਉਹ ਹਿਊਈ ਨੇ ਕੀ ਦਿੱਤਾ? ਇੱਕ ਸੋਵਰੀਅਨ ਦਿੱਤਾ ਸੀ, ਸਿੱਕਾ ਦਿੱਤਾ ਸੀ ਸੋਵਰੀਅਨ ਨਾਂ ਦਾ। ਯੈਨ ਦਿੱਤਾ ਸੀ, ਰੁਪਏ ਦਿੱਤਾ ਸੀ ਕਿ ਡਾਲਰ ਦਿੱਤਾ ਸੀ? ਉਹਨੂੰ ਯਾਦ ਕਰੋ ਕਰੰਸੀ ਕਿਹੜੀ ਸੀ। ਵਾਟ ਵਾਜ਼ ਦ ਨੇਮ ਆਫ ਦ ਓਲਡ ਬੈਗਰ, ਉਸ ਬੁੱਢੇ ਭਿਖਾਰੀ ਦਾ ਨਾਮ ਕੀ ਸੀ ਦੱਸੋ ਜੀ? ਐਲਨ ਟਰੈਵਰ ਸੀ, ਲਿੰਡਾ ਮਟਰ ਸੀ, ਵਿਲੀਅਮ ਸਮਿਥ ਸੀ ਜਾਂ ਬੈਰਨ ਹੌਸਬਰਗ ਸੀ? ਨੰਬਰ 14, ਵੇਅਰ ਵਾਜ਼ ਦ ਬੈਗਰ ਸਟੈਂਡਿੰਗ ਇਨ ਦ ਸਟੂਡੀਓ, ਹੁਣ ਉਹ ਬੈਗਰ ਉਹ ਸਟੂਡੀਓ 'ਚ ਕਿੱਥੇ ਖੜ੍ਹਾ ਸੀ? ਔਨ ਦ ਦੀਵਾਨ, ਦੀਵਾਨ 'ਤੇ ਖੜ੍ਹਾ ਸੀ। ਔਨ ਦ ਚੇਅਰ, ਕੁਰਸੀ 'ਤੇ ਖੜ੍ਹਾ ਸੀ। ਔਨ ਅ ਰੇਜ਼ਡ ਪਲੈਟਫਾਰਮ, ਇੱਕ ਪਲੈਟਫਾਰਮ ਬਣਿਆ ਸੀ ਮਾਡਲ ਦੇ ਖੜ੍ਹਨ ਲਈ, ਉੱਥੇ ਖੜ੍ਹਾ ਸੀ। ਔਨ ਅ ਬੈਂਚ, ਜਾਂ ਬੈਂਚ ਦੇ ਉੱਪਰ ਖੜ੍ਹਾ ਸੀ। ਹੂ ਇਜ਼ ਦ ਰਾਈਟਰ ਆਫ ਦ ਚੈਪਟਰ ਦ ਮਾਡਲ ਮਿਲੀਨੀਅਰ, ਹਾਂਜੀ ਲੇਖਕ ਕੌਣ ਨੇ ਜੀ ਇਸ ਚੈਪਟਰ ਦੇ? ਖੁਸ਼ਵੰਤ ਸਿੰਘ, ਆਸਕਰ ਵਾਈਲਡ, ਮੁਨਸ਼ੀ ਪ੍ਰੇਮਚੰਦ, ਜੈਨੀ ਆਸਟਿਨ। ਇਹ ਤੁਸੀਂ ਦੇਖੋ ਜੀ, ਇੰਨੇ ਦਿਨ ਸਲਾਈਡਾਂ ਆਉਂਦੀਆਂ ਰਹੀਆਂ ਨੇ, ਉਹਦੇ ਉੱਪਰ ਰਾਈਟਰ ਦੇ ਨਾਮ ਮੌਜੂਦ ਨੇ। ਕਿੰਨੇ ਕੁ ਬੱਚਿਆਂ ਨੇ ਪੜ੍ਹੀ ਹੋਣੀ। So thank you, this was all about these questions. All students should participate in this test. Thank you.